ਇਹ ਜੋ ਦਿਨ ਚੱਲ ਰਹੇ ਹਨ, ਦਸਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਹ ਪਾਵਨ ਪਵਿੱਤਰ ਇਤਿਹਾਸ, ਜਿਸ ਨੇ ਇਸ ਸੰਸਾਰ ਦੇ ਵਿੱਚੋਂ, ਇਸ ਹਿੰਦੁਸਤਾਨ ਦੀ ਧਰਤੀ ਦੇ ਵਿੱਚੋਂ ਜ਼ੁਲਮ ਦਾ ਨਾਸ਼ ਕੀਤਾ, ਜਿਸ ਇਤਿਹਾਸ ਨੇ ਇਸ ਹਿੰਦੁਸਤਾਨ ਨੂੰ ਆਜ਼ਾਦੀ ਦਿਵਾਈ, ਗਊ ਗਰੀਬ ਦੀ ਰੱਖਿਆ ਹੋਈ, ਉਹ ਦਿਨ ਸਤਿਗੁਰਾਂ ਦੇ ਚੱਲ ਰਹੇ ਹਨ। ਅੱਜ ਜਿਵੇਂ 7 ਪੋਹ ਦਾ ਦਿਨ ਹੈ, ਜਿਹੜੀ ਇਹ ਰਾਤ ਲੰਘੀ ਹੈ 6 ਤੇ 7 ਪੋਹ ਦੀ ਵਿਚਾਲੜੀ ਰਾਤ, ਜਿਹੜੀ ਰਾਤ ਲੰਘੀ ਹੈ ਹੁਣ, ਇਸ ਰਾਤ ਨੂੰ ਸਤਿਗੁਰਾਂ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਜਿਹੜਾ ਉਹ ਛੱਡਿਆ, ਜਿਸ ਨੂੰ ਕਿ ਫੌਜਾਂ ਨੇ, ਸਮੇਂ ਦੀਆਂ ਹਕੂਮਤਾਂ ਨੇ ਬੜੇ ਲੰਮੇ ਸਮੇਂ ਤੋਂ ਘੇਰਾ ਪਾਇਆ ਹੋਇਆ ਸੀ। ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ, ਵਾਚਦੇ ਹਾਂ, ਅਤੇ ਇਹ ਘੇਰਾ ਇਸ ਜਿਵੇਂ ਪੋਹ ਦਾ ਮਹੀਨਾ ਚੱਲ ਰਿਹਾ, ਇਸ ਮਹੀਨੇ ਤੋਂ ਤਕਰੀਬਨ 8 ਮਹੀਨੇ ਪਹਿਲਾਂ ਜੇਠ ਦੇ ਮਹੀਨੇ ਦੇ ਵਿੱਚ, ਗਰਮੀ ਦੇ ਦਿਨਾਂ ਦੇ ਵਿੱਚ, ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀਖ ਦੇ ਅੰਦਰ ਇਹ ਤਰੀਕ ਦਿੱਤੀ ਹੈ ਕਿ 22 ਜੇਠ ਤੇ 1761 ਬਿਕਰਮੀ, ਕਿ ਉਸ ਜੇਠ ਦੇ ਮਹੀਨੇ ਦੇ ਅੰਦਰ ਇਹਨਾਂ ਫੌਜਾਂ ਨੇ, ਸਮੇਂ ਦੀਆਂ ਹਕੂਮਤਾਂ ਨੇ ਘੇਰਾ ਪਾਇਆ ਸੀ, ਜਿਹੜਾ ਘੇਰਾ ਤਕਰੀਬਨ 8 ਮਹੀਨੇ ਚੱਲਿਆ। ਅਤੇ ਇਸ ਦਿਨ ਦੇ ਵਿੱਚ ਆ ਕੇ ਸਤਿਗੁਰਾਂ ਨੇ ਇਸ ਰਾਤ ਦੇ ਅੰਦਰ ਉਹ ਕਿਲ੍ਹੇ ਨੂੰ ਛੱਡਿਆ। ਉਹ ਘੇਰਾ ਪੈਣ ਦੇ ਕਾਰਨ ਕੀ ਸਨ? ਕਿਉਂਕਿ ਜਿਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਮਗਰੋਂ ਜੋ ਬਚਨ ਕੀਤਾ ਸੀ ਬਾਬਾ ਜੈਤਾ ਜੀ ਦੇ ਨਾਲ ਕਿ ਖਾਲਸਾ ਪੰਥ ਪ੍ਰਗਟ ਕਰ ਦਿਆਂਗੇ, 1756 ਬਿਕਰਮੀ ਨੂੰ ਵਿਸਾਖੀ ਵਾਲੇ ਦਿਨ ਸਤਿਗੁਰਾਂ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ, ਸ਼ਸਤਰ ਸਭ ਨੂੰ ਪਵਾ ਦਿੱਤੇ, ਸਿੱਖ ਜਿਹੜੇ ਸਨ ਉਹ ਸਿੰਘ ਬਣਾ ਦਿੱਤੇ, ਅਤੇ ਸਤਿਗੁਰਾਂ ਨੇ ਇੱਕ ਫੌਜ ਦਾ ਖਿਤਾਬ ਦਿੱਤਾ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਕਿ ਇਹ ਜੋ ਖਾਲਸਾ ਸਾਜਿਆ ਗਿਆ ਇਹ ਅਕਾਲ ਪੁਰਖ ਦੀ ਫੌਜ ਹੈ, ਇਹ ਕਿਸੇ ਦੁਨਿਆਵੀ ਰਾਜੇ ਦੀ ਨਹੀਂ। ਇਹ ਅਕਾਲ ਪੁਰਖ ਪਰਮੇਸ਼ਰ ਦੁਆਰਾ ਹੀ, ਉਹਦੇ ਹੁਕਮ ਦੇ ਵਿੱਚ ਹੀ ਸਾਜਿਆ ਗਿਆ, ਅਤੇ ਇਹ ਅਕਾਲ ਪੁਰਖ ਦੀ ਹੀ ਪੂਜਾ ਕਰਦਾ ਹੈ ਅਤੇ ਜ਼ੁਲਮ ਦਾ ਨਾਸ਼ ਕਰੇਗਾ। ਉਸ ਸਮੇਂ ਜਿਹੜੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਨੇੜੇ ਨੇੜੇ ਰਾਜੇ ਰਾਜ ਕਰਦੇ ਸਨ, 22 ਧਾਰ ਦੇ ਪਹਾੜੀ ਰਾਜੇ, ਹਿੰਦੂ ਰਾਜੇ ਸਨ, ਇਹਨਾਂ ਨੇ ਜਦੋਂ ਵੇਖਿਆ ਕਿ ਅਨੰਦਪੁਰ ਸਾਹਿਬ ਦੇ ਅੰਦਰ ਰਣਜੀਤ ਨਗਾਰੇ ਵੱਜਦੇ ਹੈ, ਉੱਥੋਂ ਦੇ ਸਿੱਖ ਜਿਹੜੇ ਹੈ ਉਹ ਸਿੰਘ ਸਜ ਗਏ ਹੈ, ਉਹ ਸ਼ਿਕਾਰ ਖੇਡਦੇ ਹੈ, ਸਾਡੇ ਇਲਾਕਿਆਂ 'ਚ ਆਉਂਦੇ ਹੈ, ਉਹਨਾਂ ਨੇ ਫਿਰ ਸਤਿਗੁਰਾਂ ਨੂੰ ਜਦੋਂ ਇਹ ਹਾਲਾਤ ਵੇਖ ਕੇ ਅਤੇ ਇੱਕ ਚਿੱਠੀ ਲਿਖੀ। ਚਿੱਠੀ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਰਾਜ ਦਾ ਹੰਕਾਰ ਹੁੰਦਾ ਉਹ ਜਣਾਇਆ। ਕਹਿਣ ਲੱਗੇ ਜੀ, ਚਿੱਠੀ ਦੇ ਅੰਦਰ ਉਹਨਾਂ ਨੇ ਲਿਖਿਆ ਕਿ ਤੁਸੀਂ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਸ ਹੋ, ਇਸ ਕਰਕੇ ਅਸੀਂ ਤੁਹਾਡਾ ਲਿਹਾਜ਼ ਕਰਦੇ ਹਾਂ ਕਿ ਤੁਸੀਂ ਫਕੀਰ ਹੋ, ਸਾਧੂ ਹੋ, ਸੰਤ ਹੋ, ਪਰ ਤੁਸੀਂ ਇਹ ਫੌਜਾਂ ਰੱਖੀਆਂ, ਇਹ ਸ਼ਸਤਰ ਰੱਖ ਲਏ, ਤੁਹਾਡੇ ਜਿਹੜੇ ਸਿੰਘ ਹਨ ਉਹ ਸਾਡੇ ਇਲਾਕਿਆਂ 'ਚ ਆਉਂਦੇ ਹੈ, ਸ਼ਿਕਾਰ ਖੇਡਦੇ ਹੈ, ਆਪਣੇ ਆਪ ਨੂੰ ਰਾਜੇ ਦੱਸਦੇ ਹੈ, ਕਿ ਤੁਸੀਂ ਜੇ ਇਹ ਕੰਮ ਨਾ ਰੋਕਿਆ ਤਾਂ ਫਿਰ ਅਸੀਂ ਰਾਜੇ ਹਾਂ, ਅਸੀਂ ਛਤਰੀ ਰਾਜਪੂਤ ਰਾਜੇ, ਅਸੀਂ ਜੰਗ ਯੁੱਧ ਕਰ ਲੈਂਦੇ ਹਾਂ। ਆਪਦੇ ਵੱਲੋਂ ਧਮਕੀ ਦਿੱਤੀ ਉਹਨਾਂ ਨੇ। ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਵਾਬ ਲਿਖਿਆ, ਇੱਕ ਚਿੱਠੀ ਲਿਖੀ, ਅਤੇ ਮਹਾਰਾਜ ਕਹਿਣ ਲੱਗੇ
ਕਿ ਤੁਸੀਂ ਵੀ ਇਹ ਖਾਲਸੇ ਪੰਥ ਦੇ ਅੰਦਰ ਸ਼ਾਮਲ ਹੋ ਜਾਓ, ਸਿੰਘ ਸੱਜ ਜਾਓ, ਅੰਮ੍ਰਿਤ ਛਕ ਲਓ। ਅਤੇ ਤੁਸੀਂ ਔਰੰਗਜ਼ੇਬ ਦਾ ਟੈਕਸ ਭਰਦੇ ਹੋ, ਉਹਦੇ ਅਧੀਨ ਚੱਲਦੇ ਹੋ, ਤੁਸੀਂ ਆਜ਼ਾਦ ਹੋ ਜਾਓ ਉਹਦੇ ਤੋਂ। ਅਤੇ ਇਹਨਾਂ ਨੇ ਫਿਰ ਜਦੋਂ ਕਹਿਣ ਲੱਗੇ, ਸਤਿਗੁਰਾਂ ਨੂੰ ਮਿਲਣ ਆਏ, ਫਿਰ ਇਹਨਾਂ ਨੂੰ ਜਦੋਂ ਸਤਿਗੁਰਾਂ ਨੇ ਆਖਿਆ ਵੀ ਅੰਮ੍ਰਿਤ ਛਕ ਲਓ, ਗੁਰੂ ਵਾਲੇ ਬਣ ਜਾਓ, ਅਤੇ ਤੁਸੀਂ ਇੱਕ ਮੁਗਲਾਂ ਦੇ ਅਧੀਨ ਤੁਹਾਡਾ ਰਾਜ ਚੱਲਦਾ ਹੈ, ਮੁਸਲਮਾਨਾਂ ਦੇ ਅਧੀਨ ਤੁਸੀਂ ਚੱਲਦੇ ਹੋ, ਉਹਨਾਂ ਤੋਂ ਆਜ਼ਾਦ ਹੋ ਜਾਓ। ਫਿਰ ਇਹਨਾਂ ਨੇ ਕੁਝ ਸ਼ਰਤਾਂ ਰੱਖ ਦਿੱਤੀਆਂ ਜੀ, ਅਸੀਂ ਅੰਮ੍ਰਿਤ ਛਕ ਲੈਂਦੇ ਹਾਂ ਅਤੇ ਤੁਸੀਂ ਅੰਮ੍ਰਿਤ ਛਕਾਇਆ ਨੀਚਾਂ ਨੂੰ, ਇਹ ਨੀਵੀਆਂ ਜਾਤਾਂ ਨੂੰ, ਕੋਈ ਨਾਈ ਹੈ, ਕੋਈ ਸ਼ਿੰਬਾ ਹੈ, ਕੋਈ ਝਿਉਰ ਹੈ, ਕੋਈ ਕੁਝ ਹੈ, ਕੋਈ ਕੁਝ ਹੈ, ਇਹ ਤਾਂ ਛਤਰੀ ਹੀ ਤੁਸੀਂ ਭਰਤੀ ਕਰਨੇ ਸੀ। ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ, ਗਰੀਬ ਸਿੰਘਨ ਕੋ ਦਿਓ ਬਾਦਸ਼ਾਹੀ, ਜੇ ਯਾਦ ਕਰੈ ਹਮਰੀ ਗੁਰਿਆਈ, ਇਨਹੀ ਕੋ ਸਰਦਾਰ ਬਣਾਊਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਮਨੁੱਖਤਾ ਜਿਹੜੀ ਹੈ ਉਹ ਅਕਾਲ ਪੁਰਖ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਇੱਕੋ ਹੀ ਹੈ। ਇਸ ਕਰਕੇ ਇਹ ਸਭ ਉਸੇ ਦਾ ਹੀ ਰੂਪ ਨੇ, ਜਿਹੜਾ ਉਹਦੀ ਦੱਸੀ ਹੋਈ ਰਹਿਤ ਅਤੇ ਉਹਦੇ ਨਿਯਮਾਂ ਦੇ ਵਿੱਚ ਚੱਲਦਾ ਹੈ, ਉਹੀ ਇਸ ਧਰਮ 'ਚ ਸ਼ਾਮਲ ਹੋ ਸਕਦਾ। ਜਾਤ ਪਾਤ ਦਾ ਹੰਕਾਰ ਛੱਡ ਕੇ ਆਉਣਾ ਪੈਣਾ। ਕਹਿਣ ਲੱਗੇ ਜੀ ਨਹੀਂ, ਇੱਕ ਤਾਂ ਅਸੀਂ ਤਿਲਕ ਨਹੀਂ ਲਾਉਣੇ, ਧੋਤੀਆਂ ਨਹੀਂ ਲਾਉਣੀਆਂ, ਫਿਰ ਸਾਡਾ ਬਾਟਾ ਵੱਖਰਾ ਕਰੋ, ਫਿਰ ਅਸੀਂ ਅੰਮ੍ਰਿਤ ਛਕਣਾ। ਅਤੇ ਸਤਿਗੁਰਾਂ ਨੇ ਉਸ ਸਮੇਂ ਜਵਾਬ ਦੇ ਦਿੱਤਾ। ਫਿਰ ਇਹ ਬੜੇ ਦੁਖੀ ਹੋਏ, ਫਿਰ ਇਹਨਾਂ ਨੇ ਜੰਗ ਦਾ ਐਲਾਨ ਕੀਤਾ। ਅਤੇ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਮੇਂ ਦੇ ਅੰਦਰ 14 ਜੰਗਾਂ ਲੜੀਆਂ, ਕਿਉਂਕਿ ਸਤਿਗੁਰਾਂ ਨੇ ਆਪਣੇ ਆਉਣ ਦਾ ਕਾਰਨ ਹੀ ਇਹ ਦੱਸਿਆ ਸੀ। ਜਦੋਂ ਸਤਿਗੁਰਾਂ ਦੀ ਪਾਵਨ ਬਾਣੀ ਆਪਾਂ ਪੜ੍ਹਦੇ ਹਾਂ, ਉਹਦੇ ਅੰਦਰ ਸਤਿਗੁਰਾਂ ਨੇ ਆਪਣੇ ਜਨਮ ਧਾਰਨ ਦਾ, ਇਸ ਧਰਤੀ 'ਤੇ ਆਉਣ ਦਾ ਕਾਰਨ ਇਹ ਦੱਸਿਆ ਕਿ ਜਾਹੀ ਕਾਜ ਧਰਾ ਹਮ ਜਨਮੰ, ਸਮਝ ਲਿਹੋ ਸਾਧੂ ਸਭ ਮਨਮੰ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਅੰਦਰ ਧਰਮ ਅਲੋਪ ਹੋ ਰਿਹਾ ਸੀ। ਉਸ ਧਰਮ ਦੀ ਮਰਿਆਦਾ ਨੂੰ ਪੱਕਿਆਂ ਕਰਨ ਵਾਸਤੇ, ਕਿ ਜਿਹੜੇ ਦੁਸ਼ਟ ਹੋ ਚੁੱਕੇ ਸਨ, ਜ਼ੁਲਮੀ ਹੋ ਚੁੱਕੇ ਸਨ, ਉਹਨਾਂ ਦੀ ਜੜ੍ਹ ਹੀ ਪੁੱਟਣ ਵਾਸਤੇ ਅਸੀਂ ਜਨਮ ਧਾਰਿਆ। ਫਿਰ ਸਤਿਗੁਰਾਂ ਨੇ 14 ਜੰਗਾਂ ਲੜੀਆਂ, ਜਿਨ੍ਹਾਂ ਦੇ ਵਿੱਚੋਂ ਜਦੋਂ ਖਾਲਸਾ ਸਾਜ ਦਿੱਤਾ, ਖਾਲਸਾ ਸਾਜਣ ਦੇ ਮਗਰੋਂ ਸਤਿਗੁਰਾਂ ਨੇ 11 ਜੰਗਾਂ ਲੜੀਆਂ। 3 ਪਹਿਲਾਂ ਲੜੀਆਂ, ਜਿਨ੍ਹਾਂ ਦੇ ਵਿੱਚੋਂ ਭੰਗਾਣੀ ਦੀ ਜੰਗ ਹੈ, ਨਦਾਉਣ ਦਾ ਯੁੱਧ ਹੈ। ਜਿਹੜੀਆਂ 11 ਜੰਗਾਂ, ਉਹਨਾਂ ਦੇ ਵਿੱਚੋਂ 6 ਜੰਗਾਂ ਸਤਿਗੁਰਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੀ ਲੜੀਆਂ, ਅਤੇ 5 ਜਿਹੜੀਆਂ ਸਨ ਉਹ ਨੇੜੇ ਨੇੜੇ, ਜਿਵੇਂ ਨਿਰਮੋਹਗੜ੍ਹ ਹੈ, ਜਿਵੇਂ ਅੱਜ ਸਰਸਾ ਦੇ ਕੰਢੇ ਜੰਗ ਲੜਿਆ ਅੱਜ ਦੇ ਦਿਨ। ਇਸੇ ਤਰ੍ਹਾਂ ਫਿਰ ਸਭ ਤੋਂ ਵੱਡੀ ਜੰਗ ਚਮਕੌਰ ਦੀ ਹੋਈ, ਫਿਰ ਅਖੀਰਲੀ ਜੰਗ ਮੁਕਤਸਰ ਸਾਹਿਬ ਦੀ, ਖਿਦਰਾਣੇ ਦੀ ਢਾਬ ਦੀ। ਜਦੋਂ ਸਤਿਗੁਰਾਂ ਦੇ ਨਾਲ ਇਹਨਾਂ ਪਹਾੜੀ ਰਾਜਿਆਂ ਨੇ ਜੰਗ ਕੀਤਾ, ਯੁੱਧ ਕੀਤਾ, ਅਤੇ ਬੜੀ ਬੁਰੀ ਤਰ੍ਹਾਂ ਹਾਰੇ। ਇਹਨਾਂ ਦਾ ਕੋਈ ਪੇਸ਼ ਨਹੀਂ ਗਿਆ ਸਤਿਗੁਰਾਂ ਦੇ ਸਾਹਮਣੇ। ਸਿੰਘਾਂ ਨੇ ਬੜੀ ਜੁਰਤ ਦੇ ਨਾਲ ਜੰਗ ਲੜਿਆ ਅਤੇ ਰਾਜੇ ਹਾਰ ਗਏ। ਜਦੋਂ ਇਹ ਹਾਰ ਗਏ, ਫਿਰ ਇਹਨਾਂ ਨੇ ਕੀ ਕੀਤਾ, ਸਲਾਹ ਇਹ ਕੀਤੀ ਸਾਰਿਆਂ ਨੇ ਰਲ ਕੇ ਵੀ ਹੁਣ ਆਪਾਂ ਨੂੰ ਔਰੰਗਜ਼ੇਬ ਦੇ ਕੋਲ, ਜੋ ਦਿੱਲੀ ਦਾ ਬਾਦਸ਼ਾਹ, ਹਿੰਦੁਸਤਾਨ ਦਾ ਬਾਦਸ਼ਾਹ, ਉਹਦੇ ਕੋਲ ਜਾਣਾ ਚਾਹੀਦਾ, ਉਹਦੇ ਤੋਂ ਮਦਦ ਮੰਗੀਏ। ਫਿਰ ਇਹਨਾਂ ਨੇ ਇੱਕ ਚਿੱਠੀ ਔਰੰਗਜ਼ੇਬ ਨੂੰ ਲਿਖੀ, ਅਤੇ ਉਹਦੇ ਅੰਦਰ ਇਹਨਾਂ ਨੇ ਆਪਦੇ ਕੋਲੋਂ ਜੋ ਜੋ ਗੱਲਾਂ ਲਿਖੀਆਂ, ਅਤੇ ਔਰੰਗਜ਼ੇਬ ਨੂੰ ਇਹਨਾਂ ਨੇ ਇਹ ਚਿੱਠੀ ਦੇ ਵਿੱਚ ਲਿਖ ਕੇ ਭੇਜਿਆ ਕਿ ਜੋ ਗੁਰੂ ਨਾਨਕ ਦੀ ਗੱਦੀ ਦਾ 10ਵਾਂ ਵਾਰਸ ਹੈ, ਗੁਰੂ ਗੋਬਿੰਦ ਸਿੰਘ ਨਾਮ ਕਰਕੇ ਹੈ, ਜਿਨ੍ਹਾਂ ਦੇ ਪਿਤਾ ਨੂੰ ਤੁਸੀਂ ਚਾਂਦਨੀ ਚੌਂਕ ਦਿੱਲੀ ਦੇ ਅੰਦਰ ਸ਼ਹੀਦ ਕੀਤਾ, ਉਹਨੇ ਹੁਣ ਫੌਜ ਬਣਾ ਲਈ ਹੈ, ਅਤੇ ਉਹ ਫੌਜ ਐਸੀ ਉਸਨੇ ਬਣਾਈ ਹੈ ਵੀ ਉਹ ਫੌਜ ਅੰਨ ਤੋਂ ਬਿਨਾਂ ਤਾਂ ਰਹਿ ਸਕਦੀ ਹੈ, ਜੰਗ ਤੋਂ ਬਿਨਾਂ ਨਹੀਂ ਰਹਿੰਦੀ। ਉਹ ਹਰ ਸਮੇਂ ਹੀ ਲੜਨ ਨੂੰ ਤਿਆਰ ਰਹਿੰਦੇ ਹੈ, ਸ਼ਸਤਰ ਉਹਨਾਂ ਨੂੰ ਪਵਾ ਦਿੱਤੇ ਹੈ, ਨੀਵੀਆਂ ਜਾਤਾਂ ਦੇ ਲੋਕ ਹਨ। ਅਤੇ ਹੁਣ ਗੁਰੂ ਗੋਬਿੰਦ ਸਿੰਘ ਨੇ ਐਲਾਨ ਇਹ ਕੀਤਾ ਵੀ ਮੈਂ ਆਪਣੇ ਪਿਤਾ ਦਾ ਬਦਲਾ ਔਰੰਗਜ਼ੇਬ ਤੋਂ ਲੈਣਾ।
ਤੇ ਹੁਣ ਤੁਹਾਡੇ ਵੱਲੋਂ ਨੇ ਚੜ੍ਹਾਈ ਕਰਨੀ ਹੈ ਦਿੱਲੀ ਦੇ ਉੱਤੇ। ਜਦੋਂ ਔਰੰਗਜ਼ੇਬ ਨੇ ਇਹ ਗੱਲਾਂ ਸੁਣੀਆਂ ਤੇ ਉਹ ਬੜਾ ਘਬਰਾਹਟ ਦੇ ਵਿੱਚ ਆ ਗਿਆ, ਕਿਉਂਕਿ ਇਹਨੂੰ ਆਪਣਾ ਰਾਜ ਬਚਾਉਣ ਦਾ ਹੀ ਫਿਕਰ ਲੱਗਾ ਰਹਿੰਦਾ ਸੀ। ਆਪਣਾ ਰਾਜ ਬਚਾਉਣ ਪਿੱਛੇ ਹੀ ਇਸ ਨੇ ਆਪਣੇ ਭਰਾ ਕਤਲ ਕੀਤੇ, ਪਿਓ ਨੂੰ ਕੈਦ ਕੀਤਾ, ਇੱਥੋਂ ਤੱਕ ਆਪਣੀ ਭੈਣ ਨੂੰ ਵੀ ਮਾਰ ਦਿੱਤਾ ਸੀ। ਇਹਨੇ ਫਿਰ ਕੀ ਕੀਤਾ, ਔਰੰਗਜ਼ੇਬ ਨੇ ਉਸ ਸਮੇਂ 2 ਸੂਬੇ ਵੱਡੇ ਸਨ ਪੰਜਾਬ ਦੇ ਅੰਦਰ, ਸੂਬਾ ਸਰਹੰਦ ਅਤੇ ਸੂਬਾ ਲਾਹੌਰ। ਇਹ 2 ਸੂਬੇ ਪੰਜਾਬ ਦੀ ਧਰਤੀ 'ਤੇ ਉਦੋਂ ਵੱਡੇ ਮੰਨੇ ਗਏ, ਜਿੱਥੇ ਇਹਨਾਂ ਦਾ ਰਾਜ ਪ੍ਰਬੰਧ ਚੱਲਦਾ ਸੀ। ਪਹਿਲਾਂ ਇਸ ਨੇ ਸੂਬੇ ਸਰਹੰਦ ਨੂੰ ਚਿੱਠੀ ਲਿਖੀ ਵੀ ਤੂੰ ਜਾ ਕੇ ਗੁਰੂ ਗੋਬਿੰਦ ਸਿੰਘ ਦੇ ਨਾਲ ਜੰਗ ਕਰ ਅਤੇ ਉਹਨਾਂ ਨੂੰ ਉੱਥੋਂ ਕੱਢ, ਅਨੰਦਪੁਰ ਸਾਹਿਬ ਖਾਲੀ ਕਰ ਦੇ। ਫਿਰ ਸੂਬਾ ਸਰਹੰਦ ਗਿਆ, ਇਹ ਵੀ ਹਾਰ ਖਾ ਕੇ ਮੁੜਿਆ। ਫਿਰ ਲਾਹੌਰ ਦੇ ਸੂਬੇ ਨੂੰ ਘਲਾਇਆ, ਉਹ ਵੀ ਹਾਰ ਖਾ ਕੇ ਮੁੜਿਆ। ਫਿਰ ਇਹਨਾਂ ਨੇ ਦੋਹੇਂ ਸੂਬਿਆਂ ਨੇ ਅਤੇ 22 ਧਾਰ ਦੇ ਰਾਜਿਆਂ ਨੇ ਰਲ ਕੇ ਇੱਕ ਵਿਉਂਤ ਬਣਾਈ ਕਿ ਆਪਾਂ ਅਨੰਦਪੁਰ ਸਾਹਿਬ ਨੂੰ ਘੇਰਾ ਪਾਈਏ, ਸਾਰੇ ਰਲ ਕੇ। ਇਕੱਲੇ ਇਕੱਲੇ ਦਾ ਆਪਣਾ ਕੋਈ ਵਾਹ ਪੇਸ਼ ਨਹੀਂ ਜਾਂਦਾ। ਫਿਰ ਇਹਨਾਂ ਸਾਰਿਆਂ ਨੇ ਰਲ ਕੇ ਅਤੇ ਜੇਠ ਦੇ ਮਹੀਨੇ ਗਰਮੀ ਦੇ ਦਿਨਾਂ ਵਿੱਚ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਜਾਣਦੇ ਸਨ। ਉਹਨਾਂ ਨੇ ਪਹਿਲਾਂ ਹੀ ਸਤਿਗੁਰਾਂ ਨੇ 5 ਕਿਲ੍ਹੇ ਜਿਹੜੇ ਉਹ ਸਾਰੇ ਹੋਏ ਸਨ। ਆਪ ਸਤਿਗੁਰੂ ਜੀ ਅਨੰਦਪੁਰ ਸਾਹਿਬ ਦਾ ਜਿਹੜਾ ਵਿੱਚ ਕਿਲ੍ਹਾ ਆਨੰਦਗੜ੍ਹ ਸਾਹਿਬ, ਉੱਥੇ ਰਹਿੰਦੇ ਸਨ। ਬਾਕੀ ਦੇ ਜਿਹੜੇ 5 ਕਿਲ੍ਹੇ ਹੈ, ਜਿਵੇਂ ਲੋਹਗੜ੍ਹ ਹੈ, ਹੋਲਗੜ੍ਹ ਹੈ, ਇਸੇ ਤਰ੍ਹਾਂ ਨਿਰਮੋਹਗੜ੍ਹ ਹੈ, ਤਾਰਾਗੜ੍ਹ ਹੈ, ਇਹ ਅਨੰਦਪੁਰ ਸਾਹਿਬ ਦੇ ਥੋੜ੍ਹੀ ਥੋੜ੍ਹੀ ਦੂਰੀ 'ਤੇ ਚਾਰੇ ਪਾਸੇ ਕਿਲ੍ਹੇ ਸਨ। ਅਤੇ ਸਤਿਗੁਰਾਂ ਨੇ ਕਿਲ੍ਹਿਆਂ ਦੇ ਅੰਦਰ ਪਹਿਲਾਂ ਹੀ ਖਾਣ ਪੀਣ ਦੀਆਂ ਰਸਤਾਂ, ਵਸਤੂਆਂ ਜਿਹੜੀਆਂ ਸਨ, ਸੁੱਕਾ ਸਿੱਧਾ ਰਸਤਾ, ਉਹ ਸਾਰੀਆਂ ਜਮ੍ਹਾਂ ਕੀਤੀਆਂ ਹੋਈਆਂ, ਕਿਉਂਕਿ ਸਤਿਗੁਰੂ ਤਾਂ ਅੰਤਰਜਾਮੀ ਸਨ, ਆਉਣ ਵਾਲੇ ਸਮੇਂ ਦਾ ਪਤਾ ਸੀ। ਅਤੇ ਸਤਿਗੁਰਾਂ ਨੇ ਮੋਰਚੇਬੰਦੀ ਵੀ ਕਰਾ ਦਿੱਤੀ, ਤੋਪਾਂ ਬੀੜ ਦਿੱਤੀਆਂ ਕਿਲ੍ਹਿਆਂ ਦੇ ਉੱਤੇ। ਜਦੋਂ ਇਹ ਗਈਆਂ ਇਹਨਾਂ ਦੀਆਂ ਫੌਜਾਂ, ਇਹ ਨੀਵੀਂ ਥਾਂ 'ਤੇ ਹੁਣ ਪੱਧਰੇ ਥਾਂ 'ਤੇ ਖਲੋਤੇ ਹੈ ਅਤੇ ਕਿਲ੍ਹੇ ਉੱਚੇ ਹੈ। ਉੱਤੋਂ ਜਦੋਂ ਗੋਲੇ ਵੱਜਦੇ ਆ ਅਤੇ ਇਹਨਾਂ ਦੀਆਂ ਫੌਜਾਂ ਦਾ ਨੁਕਸਾਨ ਹੁੰਦਾ। ਫਿਰ ਇਹਨਾਂ ਨੇ ਜਦੋਂ ਨੁਕਸਾਨ ਹੁੰਦਾ ਵੇਖ ਕੇ ਫੌਜਾਂ ਪਿੱਛੇ ਹਟਾਈਆਂ। ਫਿਰ ਇਹਨਾਂ ਨੇ ਅਗਲੀ ਨੀਤੀ ਇਹ ਬਣਾਈ ਕਿ ਅਨੰਦਪੁਰ ਸਾਹਿਬ ਦੇ ਅੰਦਰੋਂ ਆਵਾਜਾਈ ਬੰਦ ਕਰ ਦਿਓ, ਖਾਣ ਪੀਣ ਦੀਆਂ ਰਸਤਾਂ ਬੰਦ ਕਰ ਦਿਓ। ਪਾਣੀ ਦਾ ਜਿਹੜਾ ਨਾਲਾ ਜਾਂਦਾ ਸੀ ਉਹ ਵੀ ਇਹਨਾਂ ਨੇ ਨੱਕਾ ਲਾ ਕੇ ਅਤੇ ਰੋਕ ਦਿੱਤਾ, ਪਾਣੀ ਬੰਦ ਕਰ ਦਿੱਤਾ। ਅਤੇ ਫਿਰ ਇੱਦਾਂ ਸਮਾਂ ਜਦੋਂ ਲੰਘਦਾ ਗਿਆ, ਰਸਤਾਂ ਬਸਤਾਂ ਦੇ ਨਾਲ ਗੁਰੂ ਕੇ ਸਿੰਘ ਸਾਰਦੇ ਰਹੇ। 2 ਟਾਈਮ ਤੋਂ ਲੰਗਰ 1 ਟਾਈਮ ਕਰ ਦਿੱਤਾ। ਜਦੋਂ 1 ਟਾਈਮ ਕਰਕੇ ਫਿਰ ਵੀ ਰਸਤਾਂ ਪੂਰੀਆਂ ਨਾ ਆਈਆਂ, ਫਿਰ ਭੁੱਜੇ ਛੋਲਿਆਂ 'ਤੇ ਦਿਨ ਆ ਗਏ ਖਾਲਸੇ ਦੇ। ਇਸੇ ਤਰ੍ਹਾਂ ਫਿਰ ਦਰਖਤਾਂ ਦੇ ਪੱਤੇ ਧੂ ਕੇ ਉਹਨਾਂ ਨੂੰ ਬਾਲ ਕੇ ਖਾਧਾ। ਇਤਿਹਾਸ ਦੇ ਅੰਦਰ ਇੱਦਾਂ ਵੀ ਕਵੀ ਸੈਨਾਪਤੀ ਗੁਰੂ ਸੋਭਾ ਗ੍ਰੰਥ ਉਹਨਾਂ ਨੇ ਲਿਖਿਆ, ਉਹਨਾਂ ਨੇ ਬਚਨ ਲਿਖੇ ਕਿ ਪਾਣੀ ਦੀ ਐਸੀ ਕਿੱਲਤ ਸੀ ਉਸ ਸਮੇਂ। 4 ਸਿੰਘ ਪਾਣੀ ਲੈਣ ਵਾਸਤੇ ਜਾਂਦੇ ਸੀ, ਜਿਨ੍ਹਾਂ ਦੇ ਵਿੱਚੋਂ 2 ਸ਼ਹੀਦ ਹੋ ਜਾਂਦੇ ਸੀ ਅਤੇ 2 ਪਾਣੀ ਲੈ ਕੇ ਆਉਂਦੇ ਸੀ। 4 ਸਿੰਘ ਪਾਣੀ ਕੋ ਜਾਵੈਂ, 2 ਲੈ ਆਵੈਂ, 2 ਸ਼ਹੀਦੀ ਪਾਵੈਂ। ਕਿ 2 ਤੇ ਫੌਜਾਂ ਨੂੰ ਰੋਕ ਕੇ ਰੱਖਦੇ ਸੀ, ਜੰਗ ਜੁੱਧ ਕਰਦੇ ਸੀ, ਅਤੇ 2 ਪਾਣੀ ਲੈ ਕੇ ਆਉਂਦੇ ਸੀ। ਇੱਦਾਂ ਬੜਾ ਸਿੰਘਾਂ ਨੇ, ਖਾਲਸਿਆਂ ਨੇ ਉੱਥੇ ਇਹ ਦੁੱਖ ਦਾ ਸਮਾਂ ਜਿਹੜਾ ਝੱਲਿਆ। ਜਦੋਂ ਇਹਨਾਂ ਨੇ ਰਾਜਿਆਂ ਨੇ ਅਤੇ ਇਹ ਸੂਬਿਆਂ ਨੇ ਜਦੋਂ ਇਹ ਵੇਖਿਆ ਵੀ ਇਹਨਾਂ 'ਤੇ ਕੋਈ ਅਸਰ ਨਹੀਂ ਹੋ ਰਿਹਾ, ਇਹ ਤਾਂ ਭੁੱਖੇ ਭਾਣੇ ਵੀ ਲੜੀ ਜਾਂਦੇ ਆ, ਅਤੇ ਸਤਿਗੁਰਾਂ ਨੇ ਡਿਊਟੀਆਂ ਲਾਈਆਂ ਸਨ। ਰਾਤ ਦੇ ਸਮੇਂ ਸਿੰਘ ਟੋਲੀ ਬਣਾ ਕੇ 5, 10, 12 ਸਿੰਘ ਨਿਕਲਦੇ, ਇਹਨਾਂ ਦੇ ਜਿਹੜੇ ਕੋਈ ਇਹਨਾਂ ਦੀਆਂ ਟੁਕੜੀਆਂ ਸਨ ਉਹਨਾਂ 'ਤੇ ਹਮਲਾ ਕਰਦੇ, ਰਸਤਾਂ ਜਿਹੜੀਆਂ ਉਹ ਲੈ ਆਉਂਦੇ ਖਾਣ ਪੀਣ ਦੀਆਂ, ਉਹਦੇ ਨਾਲ ਹੋਰ ਦਿਨ ਲੰਘ ਜਾਂਦੇ। ਫਿਰ ਇਹਨਾਂ ਨੇ ਅਖੀਰੀ ਜਦੋਂ ਇਹ ਸਾਰੇ ਹੀਲੇ ਇਹਨਾਂ ਦੇ ਫੇਲ ਹੋ ਗਏ, ਫਿਰ ਇਹਨਾਂ ਨੇ ਇਹ ਸਲਾਹ ਬਣਾਈ ਵੀ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਧਰਮ ਦਾ ਵਾਸਤਾ ਪਾਉਣਾ ਚਾਹੀਦਾ, ਕਿਉਂਕਿ ਉਹ ਧਰਮ ਦੇ ਬੜੇ ਹਾਮੀ ਹੈ, ਧਰਮ ਨੂੰ ਮੰਨਦੇ ਹੈ। ਫਿਰ ਇਹਨਾਂ ਨੇ ਔਰੰਗਜ਼ੇਬ ਦੇ ਪਾਸੋਂ ਵੀ ਚਿੱਠੀ ਲਿਖਾਈ, ਉਹਨੇ ਵੀ ਕੁਰਾਨ ਸ਼ਰੀਫ ਦੇ ਉੱਤੇ ਆਪਣੇ ਸਾਈਨ ਕਰਕੇ ਭੇਜੇ
ਹਿੰਦੂਆਂ ਨੇ ਆਟੇ ਦੀ ਗਊ ਬਣਾਈ ਅਤੇ ਆਪਣੇ ਜਿਹੜੇ ਵਜ਼ੀਰ ਸਨ, ਮੰਤਰੀ ਸਲਾਹਕਾਰ ਜਿਹੜੇ ਅੱਗੇ ਹੁੰਦੇ ਦੂਤ, ਉਹ ਭੇਜੇ। ਉਹਨਾਂ ਨੇ ਜਾ ਕੇ ਮਹਾਰਾਜ ਦੇ ਪਾਸ ਬੇਨਤੀ ਕੀਤੀ ਜੀ ਕਿ ਜਿਹੜਾ ਔਰੰਗਜ਼ੇਬ ਹੈ ਉਹ ਸਹੁੰ ਖਾਂਦਾ ਕੁਰਾਨ ਦੀ ਕਿ ਤੁਸੀਂ ਇੱਕ ਵਾਰੀ ਕਿਲ੍ਹਾ ਛੱਡ ਦਿਓ ਅਤੇ ਤੁਹਾਡੇ ਪਿੱਛਾ ਕੋਈ ਨਹੀਂ ਕਰੇਗਾ। ਹਿੰਦੂਆਂ ਨੇ ਵੀ ਸਹੁੰ ਖਾਧੀ ਕਿ ਸਾਨੂੰ ਜੀ ਇਹ ਗਊ ਦੀ ਸਹੁੰ ਹੈ, ਠਾਕਰਾਂ ਦੀ ਸਹੁੰ ਹੈ ਕਿ ਤੁਸੀਂ ਕਿਲ੍ਹਾ ਛੱਡ ਦਿਓ ਇੱਕ ਵਾਰ ਅਤੇ ਤੁਸੀਂ ਹੋਰ ਇਲਾਕੇ ਦੇ ਵਿੱਚ, ਜਿਵੇਂ ਮਾਲਵੇ ਦਾ ਇਲਾਕਾ, ਇਹਦੇ ਅੰਦਰ ਜਾ ਕੇ ਤੁਸੀਂ ਖੁਸ਼ ਦੇ ਨਾਲ ਰਹੋ। ਅਤੇ ਸਤਿਗੁਰੂ ਤਾਂ ਜਾਣੀ ਜਾਣ ਸਨ ਵੀ ਇਹਨਾਂ ਨੇ ਕੀ ਕਰਨਾ, ਇਹ ਨੀਤੀ ਦੀਆਂ ਗੱਲਾਂ ਹਨ ਕਿ ਇਹਨਾਂ ਨੂੰ ਇੱਕ ਵਾਰੀ ਧਰਮ ਦਾ ਵਾਸਤਾ ਦੇ ਕੇ ਕੱਢੋ, ਫਿਰ ਹਮਲਾ ਕਰ ਦਿਓ। ਜਿਹੜੇ ਉਸ ਸਮੇਂ ਸਿੱਖ ਸਨ, ਜਿਵੇਂ ਮਾਤਾ ਜੀ ਦੇ ਪਾਸ ਉਹਨਾਂ ਨੇ ਜਾ ਕੇ, ਮਾਤਾ ਗੁਜਰ ਕੌਰ ਜੀ ਦੇ ਪਾਸ ਜਾ ਕੇ ਬੇਨਤੀ ਕੀਤੀ ਕਿ ਦੇਖੋ ਜੀ ਹੁਣ ਇਹ ਰਾਜੇ ਮੰਨੇ ਹੋਏ ਹੈ, ਔਰੰਗਜ਼ੇਬ ਮੰਨ ਗਿਆ, ਅਤੇ ਤੁਸੀਂ ਆਪਣੇ ਪੁੱਤਰ ਨੂੰ ਕਹੋ ਕਿ ਹੁਣ ਕਿਲ੍ਹਾ ਛੱਡ ਦਿਓ, ਕਿਉਂ ਸਹੁੰਆਂ ਖਾ ਰਹੇ ਹੈ, ਧਰਮ ਦੀ ਗੱਲ ਉਹ ਕਰ ਰਹੇ ਹੈ, ਜਿਹਨੂੰ ਮੰਨਦੇ ਪੂਜਦੇ ਉਹਦੀ ਸਹੁੰ ਖਾ ਰਹੇ ਹੈ। ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਨ ਕਿ ਇਹ ਜਿਹੜੇ ਸਿਆਸੀ ਲੋਕ ਹੁੰਦੇ ਆ, ਇਹਨਾਂ ਦੀਆਂ ਧਰਮਾਂ ਜਿਹੜੀਆਂ ਸਹੁੰਆਂ ਹੁੰਦੀਆਂ ਦਿਖਾਵੇ ਦੀਆਂ ਹੀ ਹੁੰਦੀਆਂ। ਜਿਵੇਂ ਹੁਣ ਵੀ ਆਪਾਂ ਸਿਆਸੀ ਬੰਦਿਆਂ ਦੀਆਂ ਦੇਖਦੇ ਹਾਂ ਨਾ, ਸਹੁੰਆਂ ਖਾਂਦੇ ਆ ਵੀ ਅਸੀਂ ਇੱਦਾਂ ਕਰਾਂਗੇ, ਇੱਦਾਂ ਕਰਾਂਗੇ, ਕਰਨਾ ਕੁਝ ਵੀ ਨਹੀਂ, ਝੂਠੀਆਂ ਸਹੁੰਆਂ ਹੁੰਦੀਆਂ। ਅਤੇ ਸਤਿਗੁਰਾਂ ਨੂੰ ਜਦੋਂ ਮਾਤਾ ਜੀ ਵੀ ਕਹਿਣ ਲੱਗੇ, ਸਿੰਘ ਵੀ ਕਹਿਣ ਲੱਗੇ, ਅਤੇ ਫਿਰ ਸਤਿਗੁਰੂ ਜੀ ਕਹਿੰਦੇ ਚਲੋ ਤੁਹਾਨੂੰ ਦਿਖਾ ਦਿੰਦੇ ਹਾਂ ਵੀ ਇਹਨਾਂ ਨੇ ਕਰਨਾ ਕੀ ਹੈ। ਸਤਿਗੁਰਾਂ ਨੇ ਚਿੱਠੀ ਲਿਖੀ ਕਿ ਕਿਲ੍ਹਾ ਅਸੀਂ ਛੱਡ ਦਿੰਦੇ ਹਾਂ, ਪਰ ਉਹਦੇ ਤੋਂ ਪਹਿਲਾਂ ਸਾਡਾ ਖਜ਼ਾਨਾ ਜਿਹੜਾ ਨਾ ਉਹ ਬਾਹਰ ਜਾਏਗਾ, ਅਤੇ ਮਗਰੋਂ ਅਸੀਂ ਕਿਲ੍ਹਾ ਛੱਡਾਂਗੇ। ਉਹਦੇ ਵਾਸਤੇ ਸਾਨੂੰ ਬਲਦ ਗੱਡਿਆਂ ਦੀ ਲੋੜ ਹੈ, ਉਹ ਭੇਜੋ। ਅਤੇ ਇਹਨਾਂ ਨੇ ਰਾਜਿਆਂ ਨੂੰ ਹੋਰ ਲਾਲਚ ਆ ਗਿਆ, ਜਿਹੜੇ ਕੋਈ ਗਏ ਸਨ ਨਾਲ, ਮੁਸਲਮਾਨੀ ਫੌਜ ਗਈ ਸੀ, ਉਹਨਾਂ ਨੂੰ ਲਾਲਚ ਆ ਗਿਆ ਵੀ ਖਜ਼ਾਨਾ ਜਦੋਂ ਨਿਕਲੇਗਾ ਆਪਾਂ ਲੁੱਟ ਲਾਂਗੇ, ਨਾਲੇ ਤਾਂ ਖਜ਼ਾਨਾ ਆਪਣੇ ਹੱਥ ਆ ਜਾਏਗਾ। ਅਤੇ ਜਦੋਂ ਇਹਨਾਂ ਨੇ ਗੱਡੇ ਭੇਜੇ ਅਤੇ ਸਤਿਗੁਰਾਂ ਨੇ ਸਿੰਘਾਂ ਨੂੰ ਆਖਿਆ ਵੀ ਇਹਨਾਂ ਗੱਡਿਆਂ ਦੇ ਉੱਤੇ ਜਿਹੜੇ ਕੋਈ ਜਾਨਵਰ ਮਰੇ ਹੈ, ਕਿਉਂਕਿ ਸਤਿਗੁਰਾਂ ਦੇ ਉੱਥੇ ਜਿੰਨੇ ਘੋੜੇ ਸਨ, ਹਾਥੀ ਸਨ, ਉਹ ਵੀ ਭੁੱਖ ਦੇ ਨਾਲ ਮਰ ਗਏ, ਪ੍ਰਾਣ ਛੱਡ ਗਏ। ਉਹਨਾਂ ਦੇ ਜਿਹੜੇ ਹੱਡ ਸਨ ਉਹ ਗੱਡਿਆਂ 'ਤੇ ਲੱਦ ਦਿੱਤੇ, ਹੋਰ ਜਿੰਨਾ ਕੋਈ ਵਾਧੂ ਦਾ ਸਮਾਨ ਸੀ ਉਹ ਲੱਦ ਕੇ, ਅਤੇ ਉਹਦੇ ਉੱਤੇ ਜਿਹੜੇ ਦਿਸ਼ਾਲੇ ਪਾਏ ਸਤਿਗੁਰਾਂ ਨੇ, ਉਹ ਬੜੇ ਸੋਹਣੇ ਅਤੇ ਬੜੇ ਸੁੰਦਰ ਦਿਸ਼ਾਲੇ ਪਾ ਦਿੱਤੇ, ਬੜੇ ਚਮਕ ਵਾਲੇ। ਅਤੇ ਜਿਹੜੇ ਬਲਦ ਸਨ ਉਹਨਾਂ ਦੇ ਸਿੰਗਾਂ ਦੇ ਨਾਲ ਦੋ ਦੋ ਮਸ਼ਾਲਾਂ ਬੰਨ੍ਹ ਦਿੱਤੀਆਂ ਵੀ ਹਨੇਰੇ ਦੇ ਵਿੱਚ ਜਦੋਂ ਚਾਨਣ ਹੋਵੇ ਅਤੇ ਦਿਸ਼ਾਲੇ ਚਮਕਣ। ਜਦੋਂ ਗੱਡੇ ਸਤਿਗੁਰਾਂ ਨੇ ਬਾਹਰ ਕੱਢੇ ਅਤੇ ਜਦੋਂ ਬਲਦ ਅੱਗੇ ਅੱਗੇ ਤੁਰੇ ਅਤੇ ਉਹਨਾਂ ਦੇ ਮਸ਼ਾਲਾਂ ਦੇ ਚਾਨਣ ਦੇ ਨਾਲ ਉਹ ਦਿਸ਼ਾਲੇ ਜਿਹੜੇ ਚਮਕਣ, ਅਤੇ ਇਹਨਾਂ ਨੂੰ ਲਾਲਚ ਇਹ ਆ ਗਿਆ ਵੀ ਹੁਣ ਖਜ਼ਾਨਾ ਜਾ ਰਿਹਾ, ਇਹਨੂੰ ਲੁੱਟ ਲਓ। ਅਤੇ ਇਹਨਾਂ ਨੇ, ਕਿਸੇ ਨੇ 2 ਗੱਡੇ, ਕਿਸੇ ਨੇ 1 ਗੱਡਾ, ਆਪੋ ਆਪਣੇ ਤੰਬੂਆਂ 'ਚ ਜਾ ਕੇ ਰੋਕ ਲਏ ਵੀ ਸਵੇਰ ਦੇ ਸਮੇਂ ਖੋਲ੍ਹਾਂਗੇ। ਅਤੇ ਸਤਿਗੁਰੂ ਜੀ ਕਹਿਣ ਲੱਗੇ ਵੇਖ ਲਓ ਇਹਨਾਂ ਨੇ ਆਹ ਕੁਝ ਕਰਨਾ। ਪਰ ਜਦੋਂ ਬਹੁਤਾ ਕਿਹਾ ਸਤਿਗੁਰਾਂ ਨੇ, ਅਤੇ ਫਿਰ ਸਤਿਗੁਰੂ ਜੀ ਕਹਿਣ ਲੱਗੇ ਵੀ ਜਿਵੇਂ ਅਕਾਲ ਪੁਰਖ ਪਰਮੇਸ਼ਰ ਦਾ ਹੁਕਮ। ਫਿਰ ਸਤਿਗੁਰਾਂ ਨੇ ਇਹ ਜਿਹੜੀ ਰਾਤ ਲੰਘੀ ਹੈ, ਇਹ ਰਾਤ ਦੇ ਸਮੇਂ ਸਤਿਗੁਰਾਂ ਨੇ ਕਿਲ੍ਹਾ ਛੱਡਿਆ। ਜਦੋਂ ਕਿਲ੍ਹਾ ਛੱਡਿਆ ਅਤੇ ਜਦੋਂ ਕਿਲ੍ਹੇ ਦੇ ਵਿੱਚੋਂ ਨਿਕਲੇ, ਕੁਝ ਦੂਰੀ ਅੱਗੇ ਗਏ ਸਨ ਅਤੇ ਮਗਰੋਂ ਨਗਾਰਿਆਂ ਦੀਆਂ ਆਵਾਜ਼ਾਂ, ਅਲੀ ਅਲੀ ਦੇ ਨਾਅਰੇ ਕੰਨੀ ਪਏ, ਤਾਂ ਸਿੰਘ ਕਹਿਣ ਲੱਗੇ ਮਹਾਰਾਜ ਪਿੱਛੇ ਤਾਂ ਫੌਜਾਂ ਚੜ੍ਹ ਆਈਆਂ। ਅਤੇ ਸਤਿਗੁਰੂ ਜੀ ਕਹਿਣ ਲੱਗੇ ਤੁਹਾਨੂੰ ਕਿਹਾ ਸੀ ਪਹਿਲਾਂ ਵੀ ਇਹਨਾਂ ਦੀਆਂ ਸਹੁੰਆਂ 'ਤੇ ਯਕੀਨ ਨਾ ਕਰੋ, ਇਹਨਾਂ ਨੇ ਆਹੀ ਕੁਝ ਕਰਨਾ। ਫਿਰ ਇੱਦਾਂ ਜਦੋਂ ਲੰਘਦੇ ਸਤਿਗੁਰੂ ਜੀ ਇਹ ਸਰਸਾ ਨਦੀ ਦੇ ਕੰਢੇ ਆ ਗਏ। ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ, ਤਕਰੀਬਨ 3-4 ਦਾ। ਅਤੇ ਜਦੋਂ ਭਾਈ ਦਇਆ ਸਿੰਘ ਜੀ ਨੂੰ ਸਤਿਗੁਰੂ ਜੀ ਪੁੱਛਣ ਲੱਗੇ ਕਿ ਪਿਆਰੇ ਦਇਆ ਸਿੰਘ ਜੀ ਸਮਾਂ ਕੀ ਹੋ ਗਿਆ, ਤਾਂ ਕਹਿਣ ਲੱਗੇ ਮਹਾਰਾਜ ਸਮਾਂ ਤਾਂ ਅੰਮ੍ਰਿਤ ਵੇਲੇ ਦਾ। ਅਤੇ ਸਤਿਗੁਰੂ ਜੀ ਕਹਿੰਦੇ ਇੱਥੇ ਹੀ ਆਸਣ ਲਾ ਲਓ। ਇਹ ਸਤਿਗੁਰਾਂ ਨੇ ਸਾਨੂੰ ਸਿੱਖਿਆਵਾਂ ਬਖਸ਼ਿਸ਼ ਕੀਤੀਆਂ, ਇਤਿਹਾਸ ਰਾਹੀਂ ਆਪਣੇ ਪਿੰਡੇ 'ਤੇ ਹੰਢਾ ਕੇ ਸਾਨੂੰ ਦਿਖਾਇਆ ਵੀ ਅੰਮ੍ਰਿਤ ਵੇਲਾ ਕੀ ਚੀਜ਼ ਹੁੰਦੀ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸਤਿਗੁਰੂ ਜੀ ਕਹਿਣ ਲੱਗੇ ਕਿ ਇੱਥੇ ਆਸਾ ਦੀ ਵਾਰ ਦਾ ਕੀਰਤਨ ਕਰੋ,
ਅੰਮ੍ਰਿਤ ਵੇਲੇ ਦੀ ਮਰਿਆਦਾ ਜਿਹੜੀ ਦੀਵਾਨ ਦੀ ਉਹ ਪੂਰੀ ਕਰੋ। ਸਿੰਘ ਕਹਿਣ ਲੱਗੇ ਮਹਾਰਾਜ ਇੱਥੇ ਪਿੱਛੇ ਫੌਜਾਂ ਚੜ੍ਹਦੀਆਂ ਆ ਰਹੀਆਂ, ਸਰਸਾ ਪਾਰ ਕਰਕੇ ਆਪਾਂ ਦੀਵਾਨ ਲਾ ਲਾਂਗੇ। ਮਹਾਰਾਜ ਕਹਿਣ ਲੱਗੇ ਨਹੀਂ, ਜੇ ਵੇਲਾ ਵਕਤ ਵਿਚਾਰੀਏ ਕਿਤ ਵੇਲਾ ਭਗਤ ਹੋਏ। ਜੇ ਭਗਤੀ ਕਰਨੀ ਹੈ ਤਾਂ ਉਹਦੇ ਵਾਸਤੇ ਸਮਾਂ ਵਿਚਾਰਨ ਦੀ ਲੋੜ ਨਹੀਂ ਕਿ ਸਵੇਰੇ ਜਪ ਲਾਂਗੇ, ਸ਼ਾਮ ਨੂੰ ਜਪ ਲਾਂਗੇ, ਜਾਂ ਇੱਥੋਂ ਤੱਕ ਆਪਾਂ ਸੋਚਦੇ ਹਾਂ ਕਿ ਪਹਿਲਾਂ ਧੀ ਪੁੱਤ ਵਿਆਹ ਲਈਏ ਫਿਰ ਅੰਮ੍ਰਿਤ ਛਕ ਲਾਂਗੇ, ਬੁੱਢੇ ਹੋ ਕੇ ਛਕ ਲਾਂਗੇ, ਨਾਮ ਜਪ ਲਾਂਗੇ। ਸਤਿਗੁਰੂ ਜੀ ਕਹਿੰਦੇ ਵੇਲਾ ਜਿਹੜਾ ਨਾ ਉਹ ਹੱਥ ਨਹੀਂ ਆਉਂਦਾ। ਤਾਂ ਉਸ ਸਰਸਾ ਦੇ ਕੰਢੇ 'ਤੇ ਫਿਰ ਸਤਿਗੁਰਾਂ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਅਤੇ ਓਨੇ ਸਮੇਂ ਤੱਕ ਫਿਰ ਜਿਹੜੇ ਭਾਈ ਉਦੇ ਸਿੰਘ ਜੀ ਜਿਨ੍ਹਾਂ ਨੇ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਂਦਾ ਸੀ, ਇਸੇ ਤਰ੍ਹਾਂ ਬਾਬਾ ਜੈਤਾ ਜੀ, ਬਾਬਾ ਜੀਵਨ ਸਿੰਘ ਜੀ ਰਿੰਗਰੇਟੇ ਗੁਰੂ ਕੇ ਬੇਟੇ, ਇਹਨਾਂ ਨੇ ਪਹਿਲਾਂ ਬਾਬਾ ਉਦੇ ਸਿੰਘ ਜੀ ਨੇ ਜੰਗ ਕੀਤਾ, ਫੌਜਾਂ ਨੂੰ ਰੋਕ ਕੇ ਰੱਖਿਆ, ਉਹ ਸ਼ਹੀਦੀ ਪਾ ਗਏ। ਫਿਰ ਦੂਸਰੇ ਬਾਬਾ ਜੀਵਨ ਸਿੰਘ ਜੀ ਨੇ ਜੰਗ ਕੀਤਾ ਸਰਸਾ ਦੇ ਕੰਢੇ 'ਤੇ। ਸਰਸਾ ਦੇ ਕੰਢੇ 'ਤੇ ਫਿਰ ਇਹ ਜੂਝਦੇ ਹੋਏ ਅਤੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਪਾਰ ਕਰਾ ਕੇ ਸਰਸਾ ਨਦੀ ਤੋਂ ਅਤੇ ਫਿਰ ਸ਼ਹੀਦੀ ਇਹਨਾਂ ਨੇ ਪ੍ਰਾਪਤ ਕੀਤੀ। ਇਹ ਸਰਸਾ ਦੇ ਕੰਢੇ 'ਤੇ ਫਿਰ ਸਤਿਗੁਰਾਂ ਨੇ ਮਹਾਨ ਜੰਗ ਜਿਹੜਾ ਸਿੰਘਾਂ ਨਾਲ ਉਸ ਸਮੇਂ ਮੁਗਲਾਂ ਦੇ ਨਾਲ ਹੋਇਆ। ਇੱਥੇ ਹੀ ਫਿਰ ਸਤਿਗੁਰਾਂ ਦਾ ਪਰਿਵਾਰ ਜਿਹੜਾ ਉਹ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਅਤੇ ਨਾਲ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਅਤੇ 40 ਸਿੰਘ, ਇਹ ਤਕਰੀਬਨ ਸਰਸਾ ਨਦੀ ਤੋਂ ਪਾਰ ਹੋ ਗਏ। ਅਤੇ ਜੋ ਸਤਿਗੁਰਾਂ ਦੇ ਮਹਿਲ ਸਨ, ਮਾਤਾ ਸੁੰਦਰੀ ਜੀ, ਇਸੇ ਤਰ੍ਹਾਂ ਮਾਤਾ ਸਾਹਿਬ ਦੇਵਾ ਜੀ, ਇਹਨਾਂ ਨੂੰ ਸਤਿਗੁਰਾਂ ਨੇ ਪਹਿਲਾਂ ਹੀ ਭਾਈ ਮਣੀ ਸਿੰਘ ਜੀ ਦੀ ਅਗਵਾਈ ਦੇ ਵਿੱਚ ਦਿੱਲੀ ਨੂੰ ਤੋਰ ਦਿੱਤਾ ਸੀ। ਤੁਸੀਂ ਦਿੱਲੀ ਜਾ ਕੇ ਰਹੋ, ਜਦੋਂ ਇਹ ਸਮਾਂ ਟਲ ਗਿਆ ਫਿਰ ਤੁਸੀਂ ਆਉਣਾ। ਅਤੇ ਜੋ ਮਾਤਾ ਗੁਜਰ ਕੌਰ ਜੀ ਸਨ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਇਹ ਹੋਰ ਦਿਸ਼ਾ ਵੱਲ ਨੂੰ ਚਲੇ ਗਏ, ਕਿਉਂਕਿ ਇਹ ਸਤਿਗੁਰਾਂ ਨੇ ਇਸ ਸੰਸਾਰ ਦੇ ਅੰਦਰ ਇਸ ਐਸੇ ਇਤਿਹਾਸ ਨੂੰ ਰਚ ਕੇ ਇਸ ਸੰਸਾਰ ਦੇ ਵਿੱਚੋਂ ਜੋ ਜੋ ਉਹਨਾਂ ਨੇ ਕਾਰਨਾਮੇ ਕਰਨੇ ਸਨ, ਆਪਣੇ ਪਰਿਵਾਰ ਨੂੰ ਵਾਰਨਾ ਸੀ, ਉਹ ਸਾਰੀ ਵਿਉਂਤ ਸਤਿਗੁਰਾਂ ਨੇ ਬਣਾ ਦਿੱਤੀ। ਇਹ ਸਰਸਾ ਨੂੰ ਪਾਰ ਕਰਕੇ ਫਿਰ ਜੋ ਕੱਲ੍ਹ ਦੇ ਦਿਨ ਚਮਕੌਰ ਦਾ ਜੰਗ ਹੋਇਆ, ਉਹਦੀਆਂ ਵਿਚਾਰਾਂ ਆਪਾਂ ਆਉਣ ਵਾਲੇ ਸਮੇਂ ਦੇ ਅੰਦਰ ਕੱਲ੍ਹ ਨੂੰ ਕਰਾਂਗੇ।